Hanji students, hello everyone. Today I am going to discuss about friction, causes of friction, types of friction. बेटा फर्स्टली ਆਪਾਂ डिफाइन करते हैं, ਆਪਾਂ देखते हैं कि फ्रिक्शन की चीज़ ਹੁੰਦਾ है। ਤਾਂ ਬੇਟੇ ਇਸ ਲੈਕਚਰ ਦੇ ਵਿੱਚ फ्रिक्शन ਬਾਰੇ ਕਰਾਂਗੇ, ਉਹਦੇ ਕਾਰਨ, ਉਹਦੇ ਕੌਜ਼ਸ ਕੀ ਨੇ, ਉਹਦੀਆਂ ਟਾਈਪਸ ਕੀ ਨੇ, ਠੀਕ ਹੈ, ਉਹਨਾਂ ਦੇ ਬਾਰੇ ਆਪਾਂ ਡਿਸਕਸ ਕਰਨੇ। ਤਾਂ ਸਭ ਤੋਂ ਪਹਿਲਾਂ ਆਪਾਂ फ्रिक्शन ਨੂੰ ਬੇਟੇ डिफाइन ਕਰਦੇ ਹਾਂ। ਤਾਂ ਆਪਾਂ ਬੋਲੇ ਬੇਟੇ फ्रिक्शन ਕੀ ਚੀਜ਼ ਹੈ। फ्रिक्शन इज़ द फोर्स opposing the relative motion between two surfaces which are in contact with each other। ਤਾਂ ਬੇਟੇ फ्रिक्शन ਇੱਕ ਅਪੋਜ਼ਿੰਗ ਫੋਰਸ ਹੈ। ਅਪੋਜ਼ਿੰਗ ਦਾ ਮਤਲਬ ਰੋਕਣ ਵਾਲੀ ਫੋਰਸ ਹੈ। ਕਿਸ ਨੂੰ ਰੋਕਦੀ ਹੈ ਬੇਟੇ? ਰੈਲੇਟਿਵ ਮੋਸ਼ਨ ਬਿਟਵੀਨ ਟੂ ਸਰਫੇਸਿਸ। ਬੇਟਾ ਅਗਰ ਆਪਾਂ ਦੋ ਸਰਫੇਸਿਸ ਦੀ ਗੱਲ ਕਰੀਏ, ਦੋਨਾਂ ਦੇ ਵਿੱਚ ਰੈਲੇਟਿਵ ਮੋਸ਼ਨ ਹੋਵੇ ਤਾਂ ਉਹਨਾਂ ਦੇ ਵਿੱਚ ਬੇਟੇ ਉਹਨਾਂ ਦੇ ਮੋਸ਼ਨ ਨੂੰ ਰੋਕਣ ਵਾਲੀ ਜਿਹੜੀ ਫੋਰਸ ਹੈ ਉਸ ਨੂੰ ਆਪਾਂ ਕੀ ਬੋਲਦੇ ਹਾਂ ਬੇਟੇ? ਫ੍ਰਿਕਸ਼ਨ ਬੋਲਦੇ ਹਾਂ। ਠੀਕ ਹੈ ਜੀ। ਤਾਂ ਬੇਟਾ ਫ੍ਰਿਕਸ਼ਨ ਦੀਆਂ ਮੈਂ ਤੁਹਾਨੂੰ ਐਗਜ਼ਾਮਪਲਸ ਦਿੰਦੀ ਹਾਂ ਕਿ ਲਾਈਕ ਦੇਖੋ, ਹੁਣ ਅਗਰ ਆਪਾਂ ਗੱਲ ਕਰੀਏ, ਆਪਾਂ ਵਾਕ ਕਰ ਰਹੇ ਹਾਂ ਬੇਟੇ, ਅੱਜ ਕੱਲ੍ਹ ਜਿਹੜੀਆਂ ਫਲੋਰ ਟਾਈਲਸ ਚੱਲੀਆਂ ਨੇ, ਇੱਕ ਆਪਣੇ ਕੋਲ ਪਹਿਲਾਂ ਟਾਈਲਸ ਮਤਲਬ ਆਪਣੇ ਸਟੋਨ ਜਿਹੜੇ ਸੀਗੇ ਮਾਰਬਲ ਸਟੋਨ ਸੀ, ਆਪਾਂ ਉਹ ਯੂਜ਼ ਕਰਦੇ ਸੀਗੇ। ਕੰਪੈਰੇਟਿਵਲੀ ਬੇਟਾ ਮਾਰਬਲ ਸਟੋਨ ਦੇ ਔਰ ਸਾਡੀਆਂ ਫਲੋਰ ਟਾਈਲਸ ਦੇ ਉੱਤੇ ਤੁਸੀਂ ਸਲਿੱਪਰੀ ਕਿਸ ਦੇ ਵਿੱਚ ਫੀਲ ਕਰਦੇ ਹੋ? ਜਿਹੜੀਆਂ ਸਾਡੀਆਂ ਅੱਜ ਵਾਲੀਆਂ ਫਲੋਰ ਟਾਈਲਸ ਨੇ, ਜਦੋਂ ਉਹਨਾਂ ਦੇ ਉੱਤੇ ਆਪਾਂ ਵਾਕ ਕਰਦੇ ਹਾਂ ਬੇਟੇ, ਆਪਾਂ ਚੱਲਦੇ ਹਾਂ ਤਾਂ ਸਾਨੂੰ ਸਲਿੱਪਰੀ ਫੀਲ ਹੁੰਦਾ। ਕਿਉਂ ਹੁੰਦਾ? ਕਿਉਂਕਿ ਬੇਟੇ ਉਹ ਸਰਫੇਸ ਕੀ ਹੈ? ਪੋਲਿਸ਼ਡ ਹੈ, ਸਮੂਥ ਹੈ। ਠੀਕ ਹੈ। ਜਦੋਂ ਆਪਣਾ ਉਸ ਦੇ ਉੱਤੇ ਵਾਕ ਕਰਦੇ ਹਾਂ ਤਾਂ ਆਪਣੇ ਫੁੱਟ ਵੀਅਰਸ ਦੀ ਉਸ ਫਲੋਰ ਦੇ ਨਾਲ ਜਿਹੜੀ ਬੌਂਡਿੰਗ ਹੈ ਉਹ ਘੱਟ ਹੈ। ਘੱਟ ਦਾ ਮਤਲਬ ਉਸ ਜਗ੍ਹਾ ਦੇ ਉੱਤੇ ਅਪੋਜ਼ ਕਰਨ ਵਾਲੀ ਜਿਹੜੀ ਫੋਰਸ ਸੀ ਉਹ ਘੱਟ ਹੈ। ਇਸ ਕਰਕੇ ਬੇਟੇ ਆਪਾਂ ਕੀ, ਆਪਣਾ ਜਿਹੜਾ ਪੈਰ ਹੈ, ਆਪਣਾ ਫੀਟ ਹੈ, ਆਪਣੇ ਫੁੱਟ ਵੀਅਰ ਨੇ, ਉਹ ਸਲਿੱਪ ਹੋਣ ਵਾਸਤੇ ਫੀਲ ਕਰਦੇ ਨੇ। ਤਾਂ ਉਹ ਚੀਜ਼ ਕੀ ਹੈ ਬੇਟੇ? ਫ੍ਰਿਕਸ਼ਨ ਹੈ। ਅੱਗੇ ਤੁਹਾਨੂੰ ਸਾਰਾ ਸਮਝ ਆ ਜਾਊਗਾ ਰਾਜੇ। ਇਹੀ ਵਾਲੀ ਐਗਜ਼ਾਮਪਲ ਨੂੰ ਅੱਗੇ ਆਪਾਂ ਹੋਰ ਕਲੈਰੀਫਾਈ ਕਰਾਂਗੇ। ਤਾਂ ਹੁਣ ਆਪਾਂ ਨੈਕਸਟ ਚੱਲਦੇ ਹਾਂ ਰਾਜੇ, ਕੌਜ਼ ਆਫ ਫ੍ਰਿਕਸ਼ਨ। ਬੇਟੇ ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਅੱਜ ਦੇ ਟਾਈਮ ਦੀ ਔਰ ਪਹਿਲੇ ਵਾਲੇ ਟਾਈਮ ਦੀ, ਇਸ ਟਾਈਪ ਦੇ ਨਾਲ ਬੇਟਾ ਕੌਜ਼ਸ ਆਫ ਫ੍ਰਿਕਸ਼ਨ ਨੂੰ ਵੀ ਆਪਾਂ ਦੋ ਪਾਰਟਸ ਦੇ ਵਿੱਚ ਜਾਂ ਆਪਾਂ ਦੋ ਟਾਈਪਸ ਦੇ ਨਾਲ ਇਸ ਨੂੰ ਐਕਸਪਲੇਨ ਕੀਤਾ ਹੈ। ਇੱਕ ਨੂੰ ਆਪਾਂ ਬੋਲਦੇ ਹਾਂ ਬੇਟੇ ਕਿ ਓਲਡ ਵਿਊ ਸੀਗਾ, ਇੱਕ ਨੂੰ ਆਪਾਂ ਬੋਲਦੇ ਹਾਂ ਕਿ ਮਾਡਰਨ ਵਿਊ ਸੀਗਾ। ਤਾਂ ਫਸਟ ਬੇਟਾ ਜੋ ਤੁਹਾਨੂੰ ਦਿੱਤਾ ਹੋਇਆ ਹੈ, ਇੰਟਰਲੋਕਿੰਗ ਆਫ ਟੂ ਸਰਫੇਸਿਸ ਇਨ ਕੰਟੈਕਟ। ਤਾਂ ਇਹ ਜਿਹੜਾ ਵਿਊ ਹੈ ਬੇਟੇ, ਇਹ ਸਾਡਾ ਓਲਡ ਵਿਊ ਹੈ। ਜਦੋਂ ਸਾਡਾ ਪਹਿਲੇ ਵਾਲਾ ਟਾਈਮ ਸੀ, ਉਦੋਂ ਅਸੀਂ ਕੀ ਮੰਨਦੇ ਸੀਗੇ ਕਿ ਜਿਹੜਾ ਫ੍ਰਿਕਸ਼ਨ ਹੈ ਉਸਦਾ ਕਾਰਨ ਕੀ ਹੈ? ਤਾਂ ਉਦੋਂ ਆਪਾਂ ਕੀ ਸਪੋਜ਼ ਕਰਦੇ ਸੀ ਬੇਟੇ? ਕਹਿੰਦਾ ਕਿ ਟੂ ਸਰਫੇਸਿਸ ਇਨ ਕੰਟੈਕਟ ਮੇ ਅਪੀਅਰ ਸਮੂਥ ਔਨ ਮੈਕਰੋਸਕੋਪਿਕ ਲੈਵਲ। ਕਹਿੰਦਾ ਅਗਰ ਆਪਾਂ ਦੋ ਸਰਫੇਸਿਸ ਦੀ ਗੱਲ ਕਰਦੇ ਹਾਂ, ਦੋ ਕੋਈ ਵੀ ਬੋਡੀਜ਼ ਨੇ, ਉਹਨਾਂ ਦੀ ਸਰਫੇਸ ਦੀ ਗੱਲ ਕਰਦੇ ਹਾਂ, ਕਹਿੰਦਾ ਜਦੋਂ ਤਾਂ ਉਸਨੂੰ ਮੈਕਰੋਸਕੋਪਿਕ ਲੈਵਲ 'ਤੇ ਤੁਸੀਂ ਦੇਖਦੇ ਹੋ ਤਾਂ ਚਾਹੇ ਉਹ ਸਾਨੂੰ ਸਮੂਥ ਲੱਗਦੀਆਂ ਨੇ, ਬਟ ਦੇਅਰ ਆਰ ਸਮ ਅਪਸ ਐਂਡ ਡਾਊਨ ਆਲ ਓਵਰ ਦਾ ਸਰਫੇਸ। ਕਹਿੰਦਾ ਪਰ ਜਦੋਂ ਉਸਨੂੰ ਬੇਟੇ ਮਾਈਕਰੋਸਕੋਪਿਕ ਬੜੇ ਬਰੀਕੀ ਲੈਵਲ 'ਤੇ ਤੁਸੀਂ ਦੇਖੋਗੇ ਤਾਂ ਉਸ ਦੇ ਵਿੱਚ ਅਪਸ ਅਤੇ ਡਾਊਨ ਹੁੰਦੇ ਨੇ। ਥੋੜ੍ਹਾ ਜਿਹਾ ਕੋਈ ਪੋਰਸ਼ਨ ਉਸਦਾ ਉੱਚਾ ਹੁੰਦਾ, ਕੁਛ ਪੋਰਸ਼ਨ ਨੀਵਾਂ ਹੁੰਦਾ। ਤਾਂ ਇਸ ਟਾਈਪ ਦੇ ਅਪਸ ਐਂਡ ਡਾਊਨ ਹੁੰਦੇ ਨੇ। ਕਹਿੰਦਾ ਅਕੋਰਡਿੰਗ ਟੂ ਓਲਡ ਵਿਊ ਇੰਟਰਲੋਕਿੰਗ ਆਫ ਦੀਜ਼ ਇਰਰੈਗੂਲੈਰਿਟੀਜ਼ ਇਨ ਟੂ ਸਰਫੇਸਿਸ ਕਾਜ਼ ਫ੍ਰਿਕਸ਼ਨ। ਕਹਿੰਦਾ ਜਿਹਦੀ ਹੁਣ ਦੇਖੋ ਬੇਟੇ ਅਪਸ ਐਂਡ ਡਾਊਨ ਨੇ, ਇੱਕ ਸਰਫੇਸ ਹੈ ਉਹ ਉੱਪਰ ਉੱਚਾ ਨੀਵਾਂ ਹੈ, ਉਹਦੇ ਉੱਤੇ ਦੂਜੇ ਸਰਫੇਸ ਨੂੰ ਰੱਖੋਗੇ ਤਾਂ ਬੇਟੇ ਉਸਦਾ ਕੁਛ ਪੋਰਸ਼ਨ ਹੈ ਉਹ ਵੀ ਉੱਚਾ ਨੀਵਾਂ ਹੋਊਗਾ। ਤਾਂ ਜਦੋਂ ਇੱਕ ਦੂਜੇ ਦੇ ਉੱਤੇ ਰੱਖਾਂਗੇ ਤਾਂ ਦੋਨਾਂ ਦੀ ਕੀ ਹੋ ਜੂਗੀ ਬੇਟੇ? ਇੰਟਰਲੋਕਿੰਗ ਹੋ ਜੂਗੀ। ਤਾਂ ਇੰਟਰਲੋਕਿੰਗ ਦਾ ਮਤਲਬ ਕਿ ਉਹਨਾਂ ਦੋਨਾਂ ਸਰਫੇਸਿਸ ਦੀ ਬੌਂਡਿੰਗ ਹੋਗੀ। ਤਾਂ ਕੋਈ ਚੀਜ਼ ਮੂਵ ਕਰਨ ਤੋਂ ਉਹ ਕੀ ਕਰਨਗੀਆਂ ਬੇਟੇ? ਸਾਨੂੰ ਅਪੋਜ਼ ਕਰਨਗੀਆਂ। ਤਾਂ ਕਹਿੰਦਾ ਜਿਹੜਾ ਇਹ ਵਾਲਾ ਸੀਗਾ ਆਪਣਾ ਕੌਨਸੈਪਟ ਸੀ, ਇਹ ਓਲਡ ਵਿਊ ਸੀਗਾ। ਠੀਕ ਹੈ ਜੀ। ਤਾਂ ਇਹਨਾਂ ਇਰਰੈਗੂਲੈਰਿਟੀਜ਼ ਨੂੰ ਜਦੋਂ ਆਪਾਂ ਪੋਲਿਸ਼ ਕਰ ਦਿੰਦੇ ਸੀਗੇ ਤਾਂ ਉਹ ਰੈਗੂਲੈਰਿਟੀਜ਼ ਜਿਹੜੀਆਂ ਹੁੰਦੀਆਂ ਸੀ ਉਹ ਫਿਲ ਹੋ ਜਾਂਦੀਆਂ ਸੀ ਔਰ ਫ੍ਰਿਕਸ਼ਨ ਰਿਡਿਊਸ ਹੋ ਜਾਂਦਾ ਸੀ। ਤਾਂ ਇਹ ਸਾਡਾ ਬੇਟੇ ਓਲਡ ਕੌਨਸੈਪਟ ਸੀਗਾ। ਹੁਣ ਬੇਟੇ ਸਪੋਜ਼ ਕਰ ਲਓ, ਇਰਰੈਗੂਲੈਰਿਟੀਜ਼ ਦਾ ਤੁਹਾਨੂੰ ਦੱਸਦੀ ਹਾਂ। ਸਪੋਜ਼ ਕਰ ਲਓ ਇੱਕ ਸਰਫੇਸ ਹੈ ਬੇਟੇ ਜਿਸ ਦੇ ਵਿੱਚ ਅਪਸ ਐਂਡ ਡਾਊਨ ਨੇ। ਕੋਈ ਵੀ ਇੱਕ ਸਪੌਂਜੀ ਮਟੀਰੀਅਲ ਲੈ ਲਓ, ਲਾਈਕ ਸਪੌਂਜ ਇੱਕ ਐਜ਼ਿਊਮ ਕਰ ਲਓ। ਉਸ ਸਪੌਂਜ ਨੂੰ ਬੇਟੇ ਜਦੋਂ ਤੁਸੀਂ ਉਸ ਸਰਫੇਸ ਦੇ ਉੱਤੇ ਪ੍ਰੈਸ ਕਰੋਗੇ ਤਾਂ ਤੁਸੀਂ ਦੇਖੋਗੇ ਕਿ ਜਿਹੜੇ ਉਹ ਅਪਸ ਐਂਡ ਡਾਊਨ ਨੇ ਉਹਨਾਂ ਦੇ ਵਿੱਚ ਬੇਟੇ ਉਹ ਸਪੌਂਜ ਹੈ ਜਿਹੜੀ ਉਹ ਫਿੱਟ ਹੋ ਗਈ। ਤਾਂ ਦੋਨਾਂ ਦੇ ਵਿੱਚ ਬੌਂਡਿੰਗ ਹੋ ਗਈ ਨਾ ਬੇਟੇ। ਤਾਂ ਉਸੇ ਚੀਜ਼ ਬਾਰੇ ਗੱਲ ਕਰ ਰਿਹਾ ਕਿ ਜਿਹੜਾ ਫ੍ਰਿਕਸ਼ਨ ਹੈ ਨਾ, ਉਹ ਇਰਰੈਗੂਲੈਰਿਟੀਜ਼ ਦੀ ਇੰਟਰਲੋਕਿੰਗ ਸੀ। ਇਹ ਸਾਡਾ ਪੁਰਾਣੇ ਵਾਲਾ ਕੌਨਸੈਪਟ ਸੀ, ਅਸੀਂ ਜੋ ਐਜ਼ਿਊਮ ਕਰਦੇ ਸੀ ਕਿ ਫ੍ਰਿਕਸ਼ਨ ਦਾ ਕੌਜ਼ ਇਹ ਹੈ। ਹੁਣ ਆਪਾਂ ਗੱਲ ਕਰਾਂਗੇ ਬੇਟੇ ਨਿਊ ਮਾਡਰਨ ਕੌਨਸੈਪਟ ਦੀ। ਤਾਂ ਉਹ ਕੀ ਹੈ ਰਾਜੇ? ਮੋਲੀਕਿਊਲਰ ਅਟਰੈਕਸ਼ਨ, ਮੋਲੀਕਿਊਲਰ ਫੋਰਸ ਆਫ ਅਟਰੈਕਸ਼ਨ। ਤਾਂ ਇਹ ਜਿਹੜਾ ਵਿਊ ਹੈ ਬੇਟੇ, ਇਹ ਸਾਡਾ ਮਾਡਰਨ ਵਿਊ ਹੈ। ਹੁਣ ਇਸ ਦੇ ਵਿੱਚ ਕੀ ਹੈ? ਕਹਿੰਦਾ ਇਹ ਫ੍ਰਿਕਸ਼ਨ ਕਿਉਂ ਹੁੰਦਾ ਸੀ?
formation of molecular bonds at the point of actual contact between the surfaces in contact with each other। ਤਾਂ ਕਹਿੰਦਾ ਕਿ ਮਾਡਰਨ ਕਨਸੈਪਟ ਕੀ ਕਹਿੰਦਾ ਕਿ ਜਿਹੜੇ ਦੋਨੇ ਸਾਡੇ ਆਬਜੈਕਟ ਨੇ ਉਹਨਾਂ ਦੀਆਂ ਸਰਫੇਸਿਸ ਨੇ ਉਹਨਾਂ ਦੇ ਵਿੱਚ ਕੀ ਹੁੰਦੀ ਹੈ ਬੇਟੇ ਮੋਲੀਕਿਊਲਰ ਬੌਂਡਸ ਬਣ ਜਾਂਦੇ ਨੇ, ਉਹ ਉਹਨਾਂ ਦੀ ਫਾਰਮੇਸ਼ਨ ਹੋ ਜਾਂਦੀ ਹੈ, ਜਿਸ ਕਰਕੇ ਕੀ ਹੈ ਬੇਟੇ ਫ੍ਰਿਕਸ਼ਨ ਹੈ ਜਿਹੜਾ ਉਹ ਕ੍ਰੀਏਟ ਹੁੰਦਾ ਹੈ। ਤਾਂ ਇਹ ਦੋ ਕਨਸੈਪਟ ਸੀ ਬੇਟੇ ਸਾਡੇ ਓਲਡ ਵਿਊ ਸੀ ਔਰ ਮਾਡਰਨ ਵਿਊ ਸੀ। ਇਹ ਵੀ ਬਹੁਤ ਇੰਪੋਰਟੈਂਟ ਟੌਪਿਕ ਹੈ ਬੇਟੇ ਫ੍ਰਿਕਸ਼ਨ ਦਾ, ਤਾਂ ਅੱਛੀ ਤਰ੍ਹਾਂ ਧਿਆਨ ਦੇ ਨਾਲ ਕਰਨਾ ਹੈ। ਹੁਣ ਨੈਕਸਟ ਆਪਾਂ ਗੱਲ ਕਰਦੇ ਹਾਂ ਬੇਟੇ ਟਾਈਪਸ ਦੀ। ਤਾਂ ਬੇਟੇ 2 ਟਾਈਪਸ ਦਾ ਜਿਹੜਾ ਸਾਡੇ ਕੋਲ ਫ੍ਰਿਕਸ਼ਨ ਹੈ, ਇੱਕ ਹੈਗਾ ਐਕਸਟਰਨਲ, ਇੱਕ ਹੈਗਾ ਇੰਟਰਨਲ। ਤਾਂ ਬੇਟੇ ਨੇਮਸ ਤੋਂ ਹੀ ਸਾਨੂੰ ਪਤਾ ਲੱਗ ਰਿਹਾ ਐਕਸਟਰਨਲ ਹੈ ਤਾਂ ਇਹਦਾ ਮਤਲਬ ਕੀ ਹੈ ਬੇਟੇ ਜਿਹੜੀ ਵੀ ਬੋਡੀ ਨੂੰ ਆਪਾਂ ਕੰਸੀਡਰ ਕਰ ਰਹੇ ਹਾਂ ਉਹਦੇ ਬਾਹਰ ਵਾਲੇ ਸਰਫੇਸਿਸ ਜਦੋਂ ਕੰਟੈਕਟ ਦੇ ਵਿੱਚ ਆਉਣਗੇ ਤਾਂ ਉਹ ਸਾਡਾ ਐਕਸਟਰਨਲ ਫ੍ਰਿਕਸ਼ਨ ਉਸ ਨੂੰ ਆਪਾਂ ਬੋਲਾਂਗੇ। ਠੀਕ ਹੈ ਜੀ। ਇਟ ਇਜ਼ ਅਰਾਈਜ਼ਸ ਵੈਨ ਟੂ bodies in contact with each other try to or there is an actual relative motion between the two, the external also called the contact friction। external friction ਨੂੰ ਆਪਾਂ contact friction ਵੀ ਬੋਲਦੇ ਹਾਂ। ਬੇਟੇ ਸਮਝ ਆ ਗਿਆ ਹੋਊਗਾ ਕਿ ਦੋ ਬੋਡੀਜ਼ ਨੇ ਜਦੋਂ ਦੋਨਾਂ ਦਾ ਰਿਲੇਟਿਵ ਮੋਸ਼ਨ ਹੋਊਗਾ ਤਾਂ ਓਬਵੀਅਸ ਹੈ ਬੇਟੇ ਐਕਸਟਰਨਲ ਪਾਰਟ ਹੋਊਗਾ, ਉਹਨਾਂ ਦੋਨਾਂ ਦੀਆਂ ਜਿਹੜੇ ਆਊਟਰ ਪਾਰਟ ਹੋਊਗਾ ਉਹੀ ਆਪਸ ਦੇ ਵਿੱਚ ਕੰਟੈਕਟ ਦੇ ਵਿੱਚ ਆਊਗਾ, ਤਾਂ ਉਹਨਾਂ ਦੇ ਵਿੱਚ ਜਿਸ ਟਾਈਪ ਦਾ ਫ੍ਰਿਕਸ਼ਨ ਐਗਜ਼ਿਸਟ ਕਰੂਗਾ ਉਸ ਨੂੰ ਆਪਾਂ ਕੀ ਬੋਲਦੇ ਹਾਂ ਬੇਟੇ ਐਕਸਟਰਨਲ ਫ੍ਰਿਕਸ਼ਨ ਬੋਲਦੇ ਹਾਂ। ਕਿਉਂਕਿ ਇਹ ਬਾਹਰ ਵਾਲਾ ਸੀਗਾ ਤਾਂ ਇਸ ਕਰਕੇ ਇਸ ਨੂੰ ਆਪਾਂ ਕੰਟੈਕਟ ਫ੍ਰਿਕਸ਼ਨ ਵੀ ਬੋਲ ਸਕਦੇ ਹਾਂ। ਨੈਕਸਟ ਆ ਗਿਆ ਬੇਟੇ ਇੰਟਰਨਲ ਫ੍ਰਿਕਸ਼ਨ। ਹੁਣ ਇੰਟਰਨਲ ਫ੍ਰਿਕਸ਼ਨ ਦੀ ਗੱਲ ਕਰੀਏ ਤਾਂ ਬੇਟੇ ਅੰਦਰ ਵਾਲਾ। ਹੁਣ ਅਗਰ ਆਪਾਂ ਕਿਸੇ ਸੋਲਿਡ ਬੋਡੀ ਨੂੰ ਕੰਸੀਡਰ ਕਰਦੇ ਹਾਂ ਤਾਂ ਆਪਾਂ ਆਪਣੇ ਮਾਈਂਡ ਦੇ ਵਿੱਚ ਇਹ ਆਊਗਾ ਕਿ ਉਹ ਤਾਂ ਬਾਹਰੋਂ ਹੀ ਬੇਟੇ ਉਹਨਾਂ ਦੀ ਸਰਫੇਸਿਸ ਅਟੈਚ ਹੋਣਗੀਆਂ, ਤਾਂ ਕਿਵੇਂ ਪੋਸੀਬਲ ਹੈ ਕਿ ਉਹਨਾਂ ਦੇ ਅੰਦਰ ਕੋਈ ਵੀ ਫ੍ਰਿਕਸ਼ਨ ਐਗਜ਼ਿਸਟ ਕਰਦਾ ਹੋਊਗਾ, ਕਿਉਂਕਿ ਸੋਲਿਡ ਹੈ ਬੇਟੇ, ਐਟਮਸ ਨੇ ਇੱਕ ਦੂਜੇ ਨਾਲ ਟਾਈਟਲੀ ਬਾਉਂਡ ਨੇ। ਹੁਣ ਜਿਹੜਾ ਇੰਟਰਨਲ ਫ੍ਰਿਕਸ਼ਨ ਹੈ ਨਾ ਬੇਟੇ ਇਹ ਰਿਲੇਟਿਵ ਮੋਸ਼ਨ ਹੈ ਬਿਟਵੀਨ ਐਨੀ 2 ਲੇਅਰਸ ਆਫ ਲਿਕੁਇਡ। ਤਾਂ ਐਕਸਟਰਨਲ ਜਿਹੜਾ ਸੀ ਬੇਟੇ ਉਹ ਸੋਲਿਡ ਦੀ ਗੱਲ ਕਰਦਾ ਸੀ, ਹੁਣ ਇੰਟਰਨਲ ਕੀ ਹੈ ਬੇਟੇ ਕਿਸੇ ਲਿਕੁਇਡ ਦੀ ਗੱਲ ਕਰਦਾ ਹੈ। ਬੇਟੇ ਤੁਸੀਂ ਦੇਖਿਆ ਹੋਣਾ ਜਦੋਂ ਹਨੀ ਦੀ ਐਡ ਆਉਂਦੀ ਹੈ ਤਾਂ ਜਦੋਂ ਉਸਨੂੰ ਹਨੀ ਨੂੰ ਪੌਰ ਕਰਦੇ ਨੇ ਤਾਂ ਬੇਟੇ ਉਹ ਲੇਅਰਸ ਦੇ ਵਿੱਚ ਫਾਲ ਕਰਦਾ, ਉਹ ਲੇਅਰਸ ਦੇ ਵਿੱਚ ਡਿੱਗ ਰਿਹਾ ਹੁੰਦਾ। ਤਾਂ ਉੱਥੋਂ ਆਈਡੀਆ ਲਗਾਓ ਰਾਜੇ ਜੋ ਲਿਕੁਇਡ ਹੈ ਨਾ ਉਹ ਵੀ ਲੇਅਰਸ ਦੇ ਵਿੱਚ ਹੁੰਦਾ। ਅਗਰ ਆਪਾਂ ਇੱਕ ਗਲਾਸ ਆਫ ਵਾਟਰ ਦੀ ਗੱਲ ਕਰਦੇ ਹਾਂ ਨਾ, ਜਿਹੜਾ ਉਸਦੇ ਵਿੱਚ ਵਾਟਰ ਹੈ ਬੇਟੇ ਉਹ ਵੀ ਲੇਅਰਸ ਦੇ ਵਿੱਚ ਉਹਦੇ ਅੰਦਰ ਸੈਟਅਪ ਹੁੰਦਾ, ਫਿਲ ਹੁੰਦਾ। ਤਾਂ ਜਦੋਂ ਤੁਸੀਂ ਹੁਣ ਸਪੋਜ਼ ਕਰ ਲਓ 1 ਗਲਾਸ ਆਫ ਵਾਟਰ ਲਿਆ, ਉਸ ਨੂੰ ਤੁਸੀਂ ਥੋੜ੍ਹਾ ਜਿਹਾ ਜਰਕ ਪ੍ਰੋਵਾਈਡ ਕੀਤਾ ਤਾਂ ਤੁਸੀਂ ਦੇਖੋਗੇ ਬੇਟੇ ਜਿਹੜਾ ਵਾਟਰ ਹੈ ਉਸਦੇ ਵਿੱਚ ਕੀ ਹੈ ਬੇਟੇ ਉਹ ਹਿੱਲਣਾ ਸ਼ੁਰੂ ਹੋ ਜਾਊਗਾ, ਸ਼ੇਕ ਹੋਣਾ ਸ਼ੁਰੂ ਹੋ ਜਾਊਗਾ। ਤਾਂ ਜਦੋਂ ਬੇਟਾ ਸ਼ੇਕ ਹੁੰਦਾ ਤਾਂ ਉਹਦੀ ਲੇਅਰਸ ਸ਼ੇਕ ਹੁੰਦੀਆਂ ਨੇ, ਤਾਂ 2 ਲੇਅਰਸ ਜਦੋਂ ਸ਼ੇਕ ਕਰਨਗੇ ਉਹਨਾਂ 'ਚ ਰਿਲੇਟਿਵ ਮੋਸ਼ਨ ਆਊਗਾ, ਤਾਂ ਉਸ ਟਾਈਮ 'ਤੇ ਜੋ ਫ੍ਰਿਕਸ਼ਨ ਹੋਊਗਾ ਬੇਟੇ ਉਸ ਨੂੰ ਕੀ ਬੋਲਦੇ ਨੇ ਇੰਟਰਨਲ ਫ੍ਰਿਕਸ਼ਨ ਬੋਲਦੇ ਨੇ। ਫਰਦਰ ਬੇਟਾ ਜੋ ਐਕਸਟਰਨਲ ਫ੍ਰਿਕਸ਼ਨ ਹੈ ਉਸ ਨੂੰ ਆਪਾਂ ਡਿਵਾਈਡ ਕਰਦੇ ਹਾਂ 3 ਪਾਰਟਸ ਦੇ ਵਿੱਚ, ਸਟੈਟਿਕ, ਲਿਮਟਿੰਗ ਐਂਡ ਕਾਇਨੈਟਿਕ। 1 ਬਾਈ 1 ਆਪਾਂ ਹੁਣ ਇਹਨਾਂ ਨੂੰ ਡਿਸਕਸ ਕਰਾਂਗੇ। ਤਾਂ ਸਭ ਤੋਂ ਪਹਿਲਾਂ ਆਪਾਂ ਬੇਟੇ ਸਟੈਟਿਕ ਫ੍ਰਿਕਸ਼ਨ ਦੀ ਗੱਲ ਕਰਦੇ ਹਾਂ। ਸਟੈਟਿਕ ਫ੍ਰਿਕਸ਼ਨ ਕੀ ਹੈ ਬੇਟੇ? ਅਪੋਜ਼ਿੰਗ ਫੋਰਸ ਕਮਸ ਇਨ ਟੂ ਪਲੇ ਵੈਨ ਵਨ ਬੋਡੀ ਇਜ਼ ਮੂਵ ਟੂ ਓਵਰ ਦਾ ਸਰਫੇਸ ਆਫ ਅਨਅਦਰ। ਕਹਿੰਦਾ ਕਿ ਇੱਕ ਬੋਡੀ ਹੈ ਉਸ ਦੇ ਉੱਤੇ ਦੂਜੀ ਬੋਡੀ ਬੇਟੇ ਮੂਵ ਕਰਨਾ ਸ਼ੁਰੂ ਕਰੂਗੀ। ਤਾਂ ਇਹਦਾ ਕੀ ਮਤਲਬ ਬੇਟੇ ਇੱਕ ਬੋਡੀ ਕੀ ਹੈ ਰੈਸਟ ਦੇ ਵਿੱਚ, ਦੂਜੀ ਬੋਡੀ ਉਹਦੇ ਉੱਤੇ ਕੀ ਕਰਨ ਲੱਗੀ ਹੈ ਮੂਵ ਕਰਨ ਲੱਗੀ ਹੈ। ਐਟ ਦੈਟ ਟਾਈਮ ਵਿਚ ਟਾਈਪ ਆਫ ਫ੍ਰਿਕਸ਼ਨ ਐਗਜ਼ਿਸਟ ਕਰੂਗਾ ਬੇਟੇ ਉਸ ਨੂੰ ਆਪਾਂ ਕੀ ਬੋਲਾਂਗੇ ਸਟੈਟਿਕ ਫ੍ਰਿਕਸ਼ਨ ਬੋਲਾਂਗੇ। ਸਟੈਟਿਕ ਦਾ ਮਤਲਬ ਪਤਾ ਹੀ ਹੈ ਬੇਟੇ ਆਪਾਂ ਨੂੰ ਰੈਸਟ ਦੇ ਵਿੱਚ ਹੁੰਦਾ, ਤਾਂ ਇੱਕ ਬੋਡੀ ਉਹਦੇ ਵਿੱਚ ਕੀ ਹੈ ਬੇਟੇ ਰੈਸਟ ਦੇ ਉੱਤੇ, ਦੂਜੀ ਉਸ ਦੇ ਉੱਤੇ ਮੂਵ ਕਰ ਰਹੀ ਹੈ। Second beta limiting friction, it is a maximum opposing force when one body is just the verge of moving over the surface of other body। ਤਾਂ limiting friction ਕੀ ਹੈ ਬੇਟੇ? ਜਦੋਂ ਇੱਕ ਬੋਡੀ ਦੇ ਉੱਪਰ ਦੂਜੀ ਬੋਡੀ ਜਸਟ ਮੂਵ ਕਰਨਾ ਸਟਾਰਟ ਕਰੂਗੀ ਉਸ ਟਾਈਮ ਦੇ ਉੱਤੇ ਜੋ ਫ੍ਰਿਕਸ਼ਨ ਹੋਊਗਾ, ਜੋ ਅਪੋਜ਼ਿੰਗ ਫੋਰਸ ਹੋਊਗੀ ਉਸ ਨੂੰ ਆਪਾਂ ਕੀ ਬੋਲਾਂਗੇ ਬੇਟੇ ਲਿਮਿਟਿੰਗ ਫ੍ਰਿਕਸ਼ਨ ਬੋਲਾਂਗੇ। ਨੈਕਸਟ ਟਾਈਪ ਆ ਗਈ ਬੇਟਾ ਕਾਇਨੈਟਿਕ ਫ੍ਰਿਕਸ਼ਨ। Kinetic है but it is opposing force when one body is actually moving on the surface of other body। It is also called the dynamic friction। बेटे kinetic है ਹੁਣ लिमिटिंग ਦੀ ਗੱਲ ਕੀਤੀ ਉਹ ਜਸਟ ਹਜੇ ਮੂਵ ਕਰਨਾ ਹੀ ਹੈ। kinetic ਹੈ ਬੇਟੇ ਮੂਵ ਕਰਨਾ ਉਸਨੇ ਸਟਾਰਟ ਕਰਤਾ, ਐਕਚੁਅਲ ਦੇ ਵਿੱਚ ਉਹਦੇ ਉੱਤੇ ਮੂਵ ਕਰ ਰਹੀ ਹੈ, ਤਾਂ ਉਸ ਨੂੰ ਆਪਾਂ ਕੀ ਬੋਲਦੇ ਹਾਂ ਬੇਟੇ kinetic friction ਬੋਲਦੇ ਹਾਂ। ਫਰਦਰ ਬੇਟਾ kinetic friction also divided into 2 parts ਹੈ। ਫਸਟ ਬੇਟੇ ਸਲਾਈਡਿੰਗ, ਸੈਕਿੰਡ ਇਜ਼ ਅ ਰੋਲਿੰਗ ਸਰਫੇਸ। ਬੇਟਾ ਸਲਾਈਡਿੰਗ ਕੀ ਹੈ? ਉਹ ਅਪੋਜ਼ਿੰਗ ਫੋਰਸ ਹੈ ਜਦੋਂ ਬੇਟੇ ਇੱਕ ਵਨ ਬੋਡੀ ਇਜ਼ ਐਕਚੁਅਲੀ ਸਲਾਈਡਿੰਗ ਓਵਰ ਦਾ ਸਰਫੇਸ ਆਫ ਅਦਰ। ਬੇਟੇ ਸਪੋਜ਼ ਕਰ ਲਓ ਕੋਈ ਵੀ ਇਨਕਲਾਈਨਡ ਪਲੇਨ ਹੈ, ਕੋਈ ਸਲੈਂਟਿੰਗ ਸਰਫੇਸ ਹੈ, ਠੀਕ ਹੈ, ਉਸ ਦੇ ਉੱਪਰ ਕੀ ਹੈ ਕੋਈ ਵੀ ਬੋਡੀ ਨੂੰ ਰੱਖੋਗੇ ਤਾਂ ਉਹਨੇ ਮੂਵ ਕਰਨਾ ਸਟਾਰਟ ਕਰ ਦੇਣਾ, ਤਾਂ ਉਸ ਫ੍ਰਿਕਸ਼ਨ ਨੂੰ ਆਪਾਂ ਕੀ ਬੋਲਦੇ ਹਾਂ ਉਸ ਟਾਈਮ ਦੇ ਉੱਤੇ ਫ੍ਰਿਕਸ਼ਨ ਨੂੰ ਆਪਾਂ ਸਲਾਈਡਿੰਗ ਫ੍ਰਿਕਸ਼ਨ ਬੋਲਦੇ ਹਾਂ। ਨੈਕਸਟ ਆ ਗਿਆ ਬੇਟੇ ਰੋਲਿੰਗ।
ਹੁਣ ਅਗਰ ਕੋਈ ਵੀ ਬੇਟਾ ਸਲੈਂਟਿੰਗ ਸਰਫੇਸ ਲੈ ਲਿਆ, ਉਸ ਦੇ ਉੱਤੇ ਅਗਰ ਆਪਾਂ ਇੱਕ ਬਾਕਸ ਨੂੰ ਰੱਖਤਾ, ਜਦੋਂ ਉਹ ਬਾਕਸ ਮੂਵ ਕਰਨਾ ਸ਼ੁਰੂ ਕਰੂਗਾ ਤਾਂ ਉਹ ਕੀ ਹੈ, ਸਲਾਈਡਿੰਗ ਫ੍ਰਿਕਸ਼ਨ ਹੈ। ਅਗਰ ਬੇਟੇ ਉਸੇ ਬਾਕਸ ਦੀ ਜਗ੍ਹਾ 'ਤੇ ਆਪਾਂ ਫੁੱਟਬਾਲ ਨੂੰ ਰੱਖਤਾ ਤਾਂ ਉਹ ਫੁੱਟਬਾਲ ਕੀ ਕਰੂਗੀ ਬੇਟੇ, ਉਹਦੇ ਉੱਤੇ ਰੋਲ ਕਰਨਾ ਸ਼ੁਰੂ ਕਰੂਗੀ ਪਲੱਸ ਸਲਾਈਡ ਵੀ ਕਰੂਗੀ, ਤਾਂ ਉਹ ਰੋਲਿੰਗ ਫ੍ਰਿਕਸ਼ਨ ਹੈ ਬੇਟੇ। ਜਦੋਂ ਇੱਕ ਬੋਡੀ ਹੀ ਦੂਜੇ ਸਰਫੇਸ ਦੇ ਉੱਤੇ ਰੋਲ ਕਰਨਾ ਸ਼ੁਰੂ ਕਰ ਦੂਗੀ ਤਾਂ ਉਸ ਨੂੰ ਕੀ ਬੋਲਦੇ ਨੇ ਬੇਟੇ, ਰੋਲਿੰਗ ਫ੍ਰਿਕਸ਼ਨ ਬੋਲਦੇ ਨੇ। ਤਾਂ ਇਹ ਸੀਗੀਆਂ ਬੇਟੇ ਟਾਈਪਸ। ਨੈਕਸਟ ਆਪਾਂ ਬੇਟੇ ਵੈਰੀ ਇੰਪੋਰਟੈਂਟ ਟੌਪਿਕ ਹੈ ਲਾਜ਼ ਆਫ ਲਿਮਟਿੰਗ ਫ੍ਰਿਕਸ਼ਨ। ਨੈਕਸਟ ਬੇਟਾ ਲਾਜ਼ ਆਫ ਲਿਮਟਿੰਗ ਫ੍ਰਿਕਸ਼ਨ, ਬੇਟੇ ਇਹ ਵੀ ਬਹੁਤ ਇੰਪੋਰਟੈਂਟ ਆਰਟੀਕਲ ਹੈ। ਤਾਂ ਸਭ ਤੋਂ ਫਸਟ ਲਾਅ ਬੇਟਾ ਲਾਅ ਆਫ ਲਿਮਟਿੰਗ ਫ੍ਰਿਕਸ਼ਨ ਦਾ ਕੀ ਹੈ, ਕਹਿੰਦਾ ਕਿ ਜਿਹੜੀ ਫੋਰਸ ਹੈ ਲਿਮਟਿੰਗ ਫ੍ਰਿਕਸ਼ਨ ਦੀ, ਉਹ ਡਿਪੈਂਡ ਕਰਦੀ ਹੈ ਅਪੋਨ ਦ ਨੇਚਰ ਆਫ ਸਰਫੇਸਿਸ ਇਨ ਕੰਟੈਕਟ ਐਂਡ ਐਕਟਸ ਟੈਂਜੈਂਸ਼ੀਅਲੀ ਟੂ ਦ ਸਰਫੇਸਿਸ। ਤਾਂ ਕਹਿੰਦਾ ਕਿ ਜੋ ਇਹ ਲਿਮਟਿੰਗ ਫ੍ਰਿਕਸ਼ਨ ਵਾਲੀ ਫੋਰਸ ਐਗਜ਼ਿਸਟ ਕਰਦੀ ਹੈ ਬਟ ਉਹ ਡਿਪੈਂਡ ਕਰਦੀ ਹੈ ਕਿਸ ਟਾਈਪ ਦਾ ਸਰਫੇਸਿਸ ਹੈ ਜੋ ਕੰਟੈਕਟ ਦੇ ਵਿੱਚ ਹੈ। ਲਾਈਕ ਅਗਰ ਬੇਟੇ ਸਮੂਥ ਸਰਫੇਸ ਹੋਣਗੇ ਤਾਂ ਫ੍ਰਿਕਸ਼ਨ ਘੱਟ ਹੋਊਗਾ, ਰਫ ਸਰਫੇਸ ਹੋਊਗਾ ਤਾਂ ਫ੍ਰਿਕਸ਼ਨ ਕੀ ਹੋਊਗਾ, ਜ਼ਿਆਦਾ ਹੋਊਗਾ। ਔਰ ਲਿਮਟਿੰਗ ਫ੍ਰਿਕਸ਼ਨ ਆਲਵੇਜ਼ ਬੇਟੇ ਸਰਫੇਸ ਦੇ ਟੈਂਜੈਂਸ਼ੀਅਲੀ ਐਕਟ ਕਰਦਾ ਹੈ। ਤਾਂ ਫਸਟ ਲਾਅ ਕੀ ਹੈ ਬੇਟੇ, ਇਹ ਹੈ। ਸੈਕਿੰਡ ਲਾਅ ਬੇਟੇ, ਜੋ ਫੋਰਸ ਆਫ ਲਿਮਟਿੰਗ ਫ੍ਰਿਕਸ਼ਨ ਹੈ ਬਿਟਵੀਨ ਟੂ ਸਰਫੇਸਿਸ, ਉਹ ਇੰਡੀਪੈਂਡੈਂਟ ਹੁੰਦਾ ਹੈ ਏਰੀਆ ਆਫ ਕੰਟੈਕਟ ਦੇ। ਤਾਂ ਬੇਟੇ ਇੱਕ ਐਗਜ਼ਾਮਪਲ ਦੇ ਕੇ ਤੁਹਾਨੂੰ ਸਮਝਾਉਂਦੀ ਹਾਂ। ਬਾਈਸਾਈਕਲ ਸਭ ਨੇ ਦੇਖਿਆ ਹੋਊਗਾ, ਜਦੋਂ ਬੇਟਾ ਤੁਸੀਂ ਬ੍ਰੇਕਸ ਅਪਲਾਈ ਕਰਦੇ ਹੋ ਤਾਂ ਬੇਟੇ ਬਹੁਤ ਸਮੋਲ ਪੋਰਸ਼ਨ ਹੁੰਦਾ ਹੈ ਜਿਹੜਾ ਕਿ ਸਾਡੇ ਟਾਇਰ ਦੇ ਨਾਲ ਟੱਚ ਕਰਦਾ ਹੈ ਅਤੇ ਉਹਦੇ ਨਾਲ ਸਾਡੇ ਬ੍ਰੇਕਸ ਅਪਲਾਈ ਹੋ ਜਾਂਦੇ ਨੇ। ਤਾਂ ਇਸ ਕਰਕੇ ਬੇਟੇ ਇਹ ਡਿਪੈਂਡ ਨਹੀਂ ਕਰਦਾ ਕਿ ਸਾਰੇ ਟਾਇਰ ਦੇ ਉੱਤੇ ਟੱਚ ਕਰਨਾ, ਦੇਖੋ ਬਹੁਤ ਸਮੋਲ ਪੋਰਸ਼ਨ ਹੁੰਦਾ ਜੋ ਉਹਦੇ ਕੰਟੈਕਟ ਦੇ ਵਿੱਚ ਆਉਂਦਾ ਹੈ। ਇਸ ਕਰਕੇ ਬੇਟਾ ਜੋ ਫੋਰਸ ਆਫ ਲਿਮਟਿੰਗ ਫ੍ਰਿਕਸ਼ਨ ਹੈ ਉਹ ਇੰਡੀਪੈਂਡੈਂਟ ਹੈ ਏਰੀਆ ਆਫ ਕੰਟੈਕਟ ਦੀ। ਥਰਡ ਬੇਟੇ, ਲਿਮਟਿੰਗ ਜੋ ਫ੍ਰਿਕਸ਼ਨ ਹੈ ਉਹ ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦਾ ਹੈ ਮੈਗਨੀਟਿਊਡ ਆਫ ਨਾਰਮਲ ਰਿਐਕਸ਼ਨ ਦੇ। ਨਾਰਮਲ ਰਿਐਕਸ਼ਨ ਬੇਟੇ ਯਾਦ ਹੋਵੇ, ਆਪਾਂ ਪਹਿਲੇ ਵਾਲੇ ਲੈਕਚਰਸ ਦੇ ਵਿੱਚ ਦੱਸਿਆ ਸੀ ਕਿ ਜੋ ਫੋਰਸਿਸ ਨੇ ਬੇਟੇ ਆਲਵੇਜ਼ ਪੇਅਰਸ ਦੇ ਵਿੱਚ ਐਗਜ਼ਿਸਟ ਕਰਦੀਆਂ ਨੇ। ਅਗਰ ਸਾਡੇ ਬਾਡੀ ਦਾ ਵੇਟ ਵਰਟੀਕਲੀ ਡਾਊਨਵਰਡਸ ਐਕਟ ਕਰਦਾ ਹੈ ਤਾਂ ਵਰਟੀਕਲੀ ਅਪਵਰਡ ਬੇਟੇ ਇੱਕ ਨਾਰਮਲ ਰਿਐਕਸ਼ਨ ਹੁੰਦੀ ਹੈ, ਠੀਕ ਹੈ। ਤਾਂ ਲਿਮਟਿੰਗ ਫ੍ਰਿਕਸ਼ਨ ਕਹਿੰਦਾ ਕਿ ਡਾਇਰੈਕਟਲੀ ਪ੍ਰਪੋਰਸ਼ਨਲ ਕਿਸ ਦੇ ਹੁੰਦਾ ਬੇਟੇ, ਮੈਗਨੀਟਿਊਡ ਆਫ ਨਾਰਮਲ ਰਿਐਕਸ਼ਨ ਦੇ। ਤਾਂ ਐਫ ਡਾਇਰੈਕਟਲੀ ਪ੍ਰਪੋਰਸ਼ਨਲ ਕਿਸ ਦੇ ਹੋ ਗਿਆ ਬੇਟਾ, ਆਰ ਕੀ ਹੈ ਸਾਡਾ, ਨਾਰਮਲ ਰਿਐਕਸ਼ਨ ਹੈ। ਪ੍ਰਪੋਰਸ਼ਨਲ ਹੈ ਬੇਟੇ, ਇਸ ਨੂੰ ਹਟਾ ਕੇ ਕੌਨਸਟੈਂਟ ਲਿਆ ਮਿਊ ਇਜ਼ ਨੋਨ ਐਜ਼ ਅ ਕੋਐਫੀਸ਼ੀਐਂਟ ਆਫ ਫ੍ਰਿਕਸ਼ਨ। ਕਲੀਅਰ। ਫੋਰਥ ਲਾਅ ਕੀ ਹੈ ਬੇਟੇ ਸਾਡਾ, ਡਾਇਰੈਕਸ਼ਨ ਆਫ ਫੋਰਸ ਆਫ ਫ੍ਰਿਕਸ਼ਨ ਆਲਵੇਜ਼ ਅਪੋਜ਼ਿਟ ਟੂ ਦਾ ਡਾਇਰੈਕਸ਼ਨ ਆਫ ਬਾਡੀ ਵਿਚ ਮੂਵਸ। ਬੇਟੇ ਇਸ ਦੇ ਵਿੱਚ ਕੀ ਕਹਿ ਰਿਹਾ ਕਿ ਜਦੋਂ ਵੀ ਤੁਸੀਂ ਫੋਰਸ ਆਫ ਫ੍ਰਿਕਸ਼ਨ ਦੀ ਡਾਇਰੈਕਸ਼ਨ ਦੱਸੋਗੇ ਤਾਂ ਆਲਵੇਜ਼ ਅਪੋਜ਼ਿਟ ਹੁੰਦੀ ਹੈ ਕਿਸ ਦੇ ਬੇਟੇ, ਜਿਸ ਡਾਇਰੈਕਸ਼ਨ ਦੇ ਵਿੱਚ ਬਾਡੀ ਮੂਵ ਕਰਦੀ ਹੈ। ਹੁਣ ਬੇਟਾ ਆਪਾਂ ਨੈਕਸਟ ਕੋਐਫੀਸ਼ੀਐਂਟ ਆਫ ਫ੍ਰਿਕਸ਼ਨ ਨੂੰ ਡਿਫਾਈਨ ਕਰਦੇ ਹਾਂ। ਬੇਟੇ ਐਫ ਡਾਇਰੈਕਟਲੀ ਪ੍ਰਪੋਰਸ਼ਨਲ ਆਰ ਸੀ, ਐਫ ਇਕੁਅਲਸ ਟੂ ਮਿਊ ਆਰ ਆ ਗਿਆ, ਮਿਊ ਨੂੰ ਇੱਕ ਸਾਈਡ ਰੱਖ ਲਿਆ ਬੇਟੇ, ਐਫ ਬਾਈ ਆਰ ਆ ਗਿਆ। ਹੁਣ ਦੇਖੋ ਮਿਊ ਕਿਸ ਦੀ ਰੇਸ਼ੀਓ, ਮਿਊ ਕੀ ਹੈ ਬੇਟੇ, ਕੋਐਫੀਸ਼ੀਐਂਟ ਆਫ ਫ੍ਰਿਕਸ਼ਨ ਹੈ। ਉਸ ਨੂੰ ਡਿਫਾਈਨ ਕਿਵੇਂ ਕੀਤਾ ਬੇਟਾ, ਇਟ ਇਜ਼ ਅ ਰੇਸ਼ੀਓ ਆਫ ਐਫ ਕੀ ਸੀ ਬੇਟੇ, ਫੋਰਸ ਆਫ ਲਿਮਟਿੰਗ ਫ੍ਰਿਕਸ਼ਨ ਟੂ ਦ ਨਾਰਮਲ ਰਿਐਕਸ਼ਨ। ਤਾਂ ਇਸ ਟਾਈਪ ਦੇ ਨਾਲ ਬੇਟੇ ਆਪਾਂ ਕੋਐਫੀਸ਼ੀਐਂਟ ਆਫ ਫ੍ਰਿਕਸ਼ਨ ਨੂੰ ਡਿਫਾਈਨ ਕੀਤਾ। ਹੁਣ ਬੇਟੇ ਦ ਵੈਲਿਊ ਆਫ ਕੋਐਫੀਸ਼ੀਐਂਟ ਆਫ ਫ੍ਰਿਕਸ਼ਨ ਡਿਪੈਂਡਸ ਅਪੋਨ ਨੇਚਰ ਆਫ ਦ ਸਰਫੇਸ ਇਜ਼ ਇਨ ਕੰਟੈਕਟ ਐਂਡ ਮਟੀਰੀਅਲ ਆਫ ਦ ਸਰਫੇਸ। ਬੇਟੇ ਇਹ ਗੱਲ ਤਾਂ ਆਪਾਂ ਨੂੰ ਯਾਦ ਰੱਖਣੀ ਹੀ ਹੈ ਕਿ ਦੇਖੋ ਹੁਣ ਓਬਵੀਅਸ ਹੈ ਜੇ ਫ੍ਰਿਕਸ਼ਨ ਹੈ ਤਾਂ ਉਹ ਡਿਪੈਂਡ ਕਿਸ ਦੇ ਉੱਤੇ ਕਰੂਗਾ, ਸਰਫੇਸ 'ਤੇ ਕਰੂਗਾ, ਉਸ ਬੋਡੀ ਦੇ ਉਸ ਆਬਜੈਕਟ ਦੇ ਮਟੀਰੀਅਲ 'ਤੇ ਕਰੂਗਾ। ਜਿਵੇਂ ਦਾ ਮਟੀਰੀਅਲ ਹੋਊਗਾ ਬੇਟੇ ਉਵੇਂ ਦੇ ਫੋਰਸ ਆਫ ਫ੍ਰਿਕਸ਼ਨ ਦੀ ਵੈਲਿਊ ਹੋਊਗੀ। ਜਿੰਨਾ ਜ਼ਿਆਦਾ ਰਫ ਸਰਫੇਸ ਉਨਾ ਜ਼ਿਆਦਾ ਬੇਟੇ ਫ੍ਰਿਕਸ਼ਨ ਦੀ ਵੈਲਿਊ ਹੋਊਗੀ, ਜਿੰਨੀ ਜ਼ਿਆਦਾ ਸਮੂਥ ਔਰ ਪੋਲਿਸ਼ਡ ਸਰਫੇਸ ਹੋਊਗੀ ਬੇਟੇ ਉਨੀ ਸਮੋਲ ਵੈਲਿਊ ਫ੍ਰਿਕਸ਼ਨ ਦੀ ਹੋਊਗੀ। ਤਾਂ ਬੇਟੇ ਅੱਜ ਦੇ ਲਈ ਆਪਾਂ ਇੰਨਾ ਹੀ। ਅਗਲੇ ਲੈਕਚਰਸ ਦੇ ਵਿੱਚ ਆਪਾਂ ਡਿਫਰੈਂਟ ਰਿਲੇਸ਼ਨਸ ਨੂੰ ਡਿਸਕਸ ਕਰਾਂਗੇ।